Hello students, today we will discuss about rest of the first chapter. उसਦੇ ਵਿੱਚ topic है society and environment in India. This topic is very important. ਇਹਦਾ 5 ਨੰਬਰ ਦਾ question mostly ਬਣਦਾ ਹੀ ਹੈ। ਇੱਕ ਆਪਾਂ ਫਸਟ ਵੀਡੀਓ ਦੇ ਵਿੱਚ ਕੀਤਾ ਸੀ ਨਾ ਕੰਪੋਨੈਂਟਸ ਕੰਪੋਨੈਂਟਸ ਆਫ ਦਾ ਇਨਵਾਇਰਨਮੈਂਟ ਫਿਜ਼ੀਕਲ ਬਾਇਓਲੋਜੀਕਲ ਸੋਸ਼ਲ ਇਹਨਾਂ ਦਾ ਵੀ ਇੱਕ 5 ਨੰਬਰ ਦਾ ਕੁਐਸਚਨ ਬਣਦਾ ਤੇ ਇਹਨਾਂ ਨੂੰ ਵੀ ਤੁਸੀਂ ਧਿਆਨ ਨਾਲ ਡਿਸਕਸ ਕਰ ਲਿਓ। ਤੇ ਅੱਜ ਆਪਾਂ ਨੇ ਕਰਨਾ ਹੈ ਸੋਸਾਇਟੀ ਐਂਡ ਇਨਵਾਇਰਨਮੈਂਟ ਇਨ ਇੰਡੀਆ। ਦੇਖੋ ਇਹਦੇ ਵਿੱਚ ਫਸਟ ਵਿਊ ਹੈਗਾ ਇਨਵਾਇਰਨਮੈਂਟ ਇੰਡੀਅਨ ਫਿਲੋਸਫੀਕਲ ਵਿਊ। ਇਹਦੇ ਵਿੱਚ ਕੀ ਆ ਕਹਿੰਦੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਹਿਊਮਨ ਬੀਇੰਗਸ ਹੁੰਦੇ ਸੀ ਉਹ ਫਿਰ ਵੀ ਇਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਸੇਫ ਰੱਖਣ ਦੇ ਵਿੱਚ ਸਹਾਇਤਾ ਕਰਦੇ ਸੀ। ਮਤਲਬ ਵੱਧ ਤੋਂ ਵੱਧ ਟਰੀ ਗਰੋ ਕਰਦੇ ਸੀ ਅਤੇ ਨੈਚੁਰਲ ਰਿਸੋਰਸਿਸ ਨੂੰ ਘੱਟ ਤੋਂ ਘੱਟ ਯੂਜ਼ ਕਰਦੇ ਸੀ, ਜਿਹਦੇ ਨਾਲ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਫਿਊਚਰ ਦੇ ਵਿੱਚ ਜਿਹੜੇ ਆਪਣੇ ਕੋਲ ਜਨਰੇਸ਼ਨ ਆਉਣੀ ਆ ਉਹਨਾਂ ਦੇ ਲਈ ਵੀ ਜ਼ਰੂਰੀ ਨਹੀਂ। ਬਟ ਜਿਹੜਾ ਅੱਜ ਕੱਲ੍ਹ ਦਾ ਹਿਊਮਨ ਬੀਇੰਗ ਹੈ ਉਹ ਕੀ ਕਰ ਰਿਹਾ, ਬਸ ਸਿਰਫ ਆਪਣੀਆਂ ਜ਼ਰੂਰਤਾਂ ਹੀ ਪੂਰੀਆਂ ਕਰ ਰਿਹਾ। ਉਹਨੂੰ ਫਿਊਚਰ ਦੀ ਜਨਰੇਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਚਾਹੇ ਕਿ ਅੱਜ ਦਾ ਹਿਊਮਨ ਬੀਇੰਗ ਜ਼ਿਆਦਾ ਐਜੂਕੇਟਡ ਹੈ ਐਂਸ਼ੀਐਂਟ ਟਾਈਮ ਦੇ ਨਾਲੋਂ, ਬਟ ਫਿਰ ਵੀ ਉਹਦਾ ਧਿਆਨ ਕੀ ਹੈ ਵੀ ਮੇਰੇ ਕੋਲ ਫੈਸਿਲਿਟੀਜ਼ ਜ਼ਿਆਦਾ ਹੋਣ ਐਜ਼ ਕੰਪੇਅਰ ਟੂ ਫਿਊਚਰ ਜਨਰੇਸ਼ਨ। ਠੀਕ ਹੈ ਬੇਟਾ। ਅਤੇ ਉਹਨਾਂ ਨੂੰ ਕੀ ਹੈਗਾ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿਉਂਕਿ ਉਹ ਤਾਂ ਪਲਾਂਟਸ ਵਗੈਰਾ ਟਰੀਜ਼ ਵਗੈਰਾ ਨੂੰ ਇਸ ਤਰ੍ਹਾਂ ਘਟਦਾ ਜਾ ਰਿਹਾ, ਜਿਵੇਂ ਪੋਪੂਲੇਸ਼ਨ ਵੱਧਦੀ ਜਾ ਰਹੀ ਹੈ ਪਲਾਂਟਸ ਟਰੀਜ਼ ਵਗੈਰਾ ਨੂੰ ਘਟਦਾ ਜਾ ਰਿਹਾ। ਬਟ ਇਹ ਨਹੀਂ ਉਹਨਾਂ ਨੂੰ ਪਤਾ ਵੀ ਪਲਾਂਟ ਐਂਡ ਐਨੀਮਲ ਵੀ ਐਗਜ਼ਿਸਟ ਕਰਦੇ ਨੇ ਆਪਣੀ ਲਾਈਫ ਦੇ ਉੱਪਰ, ਆਪਣੀ ਲਾਈਫ ਦੇ ਨਾਲ ਐਗਜ਼ਿਸਟ ਕਰਦੇ ਨੇ। ਜਿਸ ਤਰ੍ਹਾਂ ਆਪਾਂ ਨੂੰ ਲਾਈਫ ਦੇ ਵਿੱਚ ਪਾਣੀ ਦੀ ਜ਼ਰੂਰਤ ਹੈ, ਭੋਜਨ ਦੀ ਜ਼ਰੂਰਤ ਹੈ, ਘਰ ਦੀ ਜ਼ਰੂਰਤ ਹੈ, ਉਵੇਂ ਕਿ ਮੈਨ ਦੀ ਲਾਈਫ ਦੇ ਵਿੱਚ ਪਲਾਂਟ ਅਤੇ ਐਨੀਮਲ ਵੀ ਪਾਰਟੀਸਪੇਟ ਕਰਦੇ ਨੇ। ਦੇਖੋ ਤੁਹਾਨੂੰ ਮੈਂ ਕੱਲ੍ਹ ਹੀ ਪੜ੍ਹਾਇਆ ਸੀ ਹਰਬੀਵੋਰ, ਕਿਉਂਕਿ ਭੋਜਨ ਦੇ ਲਈ ਆਪਾਂ ਸਭ ਤੋਂ ਵੱਧ ਡਿਪੈਂਡ ਕੀਤੇ ਆ ਪਲਾਂਟਸ 'ਤੇ ਅਤੇ ਐਨੀਮਲਸ ਦੇ ਉੱਪਰ ਡਿਪੈਂਡ ਹੈ ਨਾ। ਤਾਂ ਹਿਊਮਨ ਬੀਇੰਗ ਇਹ ਨਹੀਂ ਸੋਚ ਰਿਹਾ ਆਪਣੇ ਭੋਜਨ ਦੇ ਲਈ ਉਹ ਇਹਨਾਂ ਨੂੰ ਕੀ ਕਰ ਰਿਹਾ ਹੈਗਾ, ਖਰਾਬ ਕਰ ਰਿਹਾ, ਐਨੀਮਲਸ ਨੂੰ ਵੱਢਦਾ ਜਾ ਰਿਹਾ, ਉਹਨਾਂ ਦਾ ਸ਼ਿਕਾਰ ਕਰਦਾ ਜਾ ਰਿਹਾ। ਬਟ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਇਨਵਾਇਰਨਮੈਂਟ ਹੀ ਖਤਮ ਹੋ ਗਿਆ ਦੈਨ ਇਹ ਸਮਝ ਲਓ ਸਾਰਾ ਯੂਨੀਵਰਸ ਹੀ ਖਤਮ ਹੋ ਗਿਆ, ਕਿਉਂਕਿ ਆਪਣਾ ਹਿਊਮਨ ਬੀਇੰਗ ਆਪਾਂ ਇਨਵਾਇਰਨਮੈਂਟ 'ਤੇ ਡਿਪੈਂਡ ਕਰਦੇ ਅਤੇ ਇਹਨੂੰ ਪ੍ਰੋਟੈਕਟ ਕਰਨਾ, ਇਹਨੂੰ ਸੇਫ ਰੱਖਣਾ, ਆਪਣੀ ਇਹਨੂੰ ਹੈਲਦੀ ਰੱਖਣਾ ਆਪਣੀ ਜ਼ਿੰਮੇਵਾਰੀ ਬਣਦੀ ਹੈ, ਆਪਣੀ ਰਿਸਪੋਂਸੀਬਿਲਿਟੀ ਹੈ। ਰੋਲ ਆਫ ਦਾ ਟਰਾਈਬਲ ਪੀਪਲ ਇਨ ਦਾ ਇਨਵਾਇਰਨਮੈਂਟ ਪ੍ਰੋਟੈਕਸ਼ਨ। ਇਹ ਕਬੀਲੇ ਦੇ ਪੀਪਲ ਹੁੰਦੇ ਨੇ, ਇਹ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਪਾਰਟੀਸਪੇਟ ਕਰਦੇ ਨੇ। Tribal people have a great role in the protection of environment. Tribal people living on the eastern coast of India make a strategy for environmental protection. ਉਹ ਇੱਕ ਸਟ੍ਰੈਟਜੀ ਬਣਾ ਲੈਂਦੇ ਨੇ ਵੀ ਕਿਸ ਤਰ੍ਹਾਂ ਆਪਾਂ ਇਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨਾ ਹੈਗਾ। ਠੀਕ ਹੈ। ਉਹ ਆਪਣੇ ਜਿਹੜੇ ਫੰਕਸ਼ਨਸ ਵਗੈਰਾ ਹੁੰਦੇ ਨੇ ਹੈ ਨਾ ਉਹਨਾਂ ਨੂੰ ਵੀ ਇਕੱਠੇ ਹੋ ਕੇ ਮਨਾਉਂਦੇ ਨੇ, ਜਿਹਦੇ ਨਾਲ ਉਹਨਾਂ ਦਾ ਵੀ ਇੰਜੋਇਮੈਂਟ ਹੁੰਦਾ ਹੈ ਨਾ। ਦੈਨ ਲੈਂਡ ਦੀ ਪ੍ਰੋਟੈਕਸ਼ਨ ਹੁੰਦੀ ਆ। ਉਹ ਕੀ ਕਰਦੇ ਨੇ, ਇੱਕ ਕਬੀਲੇ ਤੋਂ ਦੂਸਰੇ ਕਬੀਲੇ ਦੇ ਵਿੱਚ ਜਾਂਦੇ ਨੇ, ਮਤਲਬ ਇਹਦੇ ਨਾਲ ਲੈਂਡ ਦੀ ਪ੍ਰੋਟੈਕਸ਼ਨ ਹੁੰਦੀ ਹੈ, ਲੈਂਡ ਦੀ ਰਿਜ਼ਰਵੇਸ਼ਨ ਹੁੰਦੀ ਆ ਹੈ ਨਾ। ਇਸ ਤਰ੍ਹਾਂ ਦੇ ਨਾਲ ਉਹ ਇਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਦੇ ਨੇ। ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਵੀ ਕਿਸ ਤਰ੍ਹਾਂ ਉਹ ਇਨਵਾਇਰਨਮੈਂਟ ਨੂੰ ਕੀ ਕਰਦੇ ਨੇ, ਪ੍ਰੋਟੈਕਟ ਕਰਦੇ ਨੇ। ਦੇਖੋ ਲਿਖਿਆ ਹੋਇਆ while formulating plans for development of their villages and celebrating their festivals and functions। ਉਹ ਆਪਣੇ ਤਿਉਹਾਰ ਐਂਡ ਫੰਕਸ਼ਨਸ ਨੂੰ ਇਕੱਠੇ ਸਪੈਂਡ ਕਰਦੇ ਨੇ, ਮਨਾਉਂਦੇ ਨੇ। ਅੱਗੇ ਕਹਿੰਦੇ ਕੰਟਰੀਬਿਊਸ਼ਨ ਆਫ ਬਿਸ਼ਨੋਈ ਕਮਿਊਨਿਟੀ। ਇਹ ਵੀ ਇੱਕ ਕਮਿਊਨਿਟੀ ਹੁੰਦੀ ਹੈ ਨਾ। ਇਹ ਵੀ ਇਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ। ਜਿਵੇਂ ਕਿ ਰਾਜਸਥਾਨ ਦੇ ਵਿੱਚ ਇਹ ਹੁੰਦੇ ਨੇ ਮੋਸਟਲੀ, ਜੋਧਪੁਰ ਹੈ ਨਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ ਦੇ ਵਿੱਚ ਇਹ ਬਿਸ਼ਨੋਈ ਲੋਕ ਰਹਿੰਦੇ ਨੇ। ਇਹ ਵੀ ਇਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ। ਇਹਨਾਂ ਦੇ 3 ਰੂਲਸ ਨੇ, ਨੋਰਮਸ ਨੇ 3। ਮਿਊਚੁਅਲ ਕਾਈਂਡਨੈਸ ਅਮੰਗ ਆਲ ਦ ਲਿਵਿੰਗ ਬੀਇੰਗਸ, ਟੂ ਫੋਲੋ ਟਰੂਥ ਐਂਡ ਨੋਨ ਵਾਇਲੈਂਸ। ਮਤਲਬ ਇਹ ਲੜਾਈ ਝਗੜਾ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਕਟਿੰਗ ਆਫ ਟਰੀਜ਼ ਐਂਡ ਕਿਲਿੰਗ ਆਫ ਐਨੀਮਲਸ ਆਰ ਪ੍ਰੋਹਿਬਿਟਡ। ਇਹ ਕਹਿੰਦੇ ਨੇ ਵੀ ਟਰੀਜ਼ ਨੂੰ ਕੱਟਣਾ ਨਹੀਂ ਚਾਹੀਦਾ, ਵੱਧ ਤੋਂ ਵੱਧ ਗਰੋ ਕਰਨਾ ਚਾਹੀਦਾ ਅਤੇ ਐਨੀਮਲਸ ਨੂੰ ਵੀ ਮਾਰਨਾ ਨਹੀਂ ਚਾਹੀਦਾ। ਇਹ ਇਹਨਾਂ ਦੇ 3 ਨੋਰਮਸ ਨੇ। ਸੈਕਰਡ ਗਰੁੱਪਸ, ਇਹ ਸੈਕਰਡ ਗਰੁੱਪਸ ਵੀ ਪਾਰਟੀਸਪੇਟ ਕਰਦੇ ਨੇ ਵੀ ਕਿਸ ਤਰ੍ਹਾਂ
एक लंग्स ने इंडियन इन्वायरमेंट के सैक्रड ग्रोव्स, ठीक है, ये भी इन्वायरमेंट की प्रोटैक्शन होंगी है। ओके बेटा, नैक्सट आ गया रेन हारवेस्टिंग। रेन हारवेस्टिंग भी इंपॉर्टेंट आ, ये भी आपां की करते हैं, रेन हारवेस्टिंग मीनस टू मिनिमाइज द डैमेज कॉज बाय रेन वाटर्स टू मीट द increasing demands of water to maintain or uplift the groundwater level and save it from pollution। मतलब pollution दे तो पप्पा बच सकते हैं due to the rain harvesting in India। water is harvested in underground water tanks। मतलब इंडिया दे विच जिहड़ा हारवेस्टेड हुंदा पानी दा वो किस तरह हुंदा है, इन द अंडरग्राउंड दे विच हुंदा। ओके बेटा, हारवेस्टिंग दे थ्रू आपां की कर सकते हैं, पानी नूं इकट्ठा कर सकते हैं, इकट्ठा करके उन्होंने खेतों के विच भेज सकते हैं ताकि अपनी जी पानी है जोड़ा अपना अंडरग्राउंड वाटर खत्म हो रहा उसकी समस्या दूर हो सके। ठीक है बेटा, ये कुछ पॉइंट्स ने सोसाइटी एंड इन्वायरमेंट के जिन्होंने तुसी पढ़ लेना, पढ़ के उस बाद मैं तुहानूं समझाई दिते, फिर भी अगर कोई प्रॉब्लम आई दैन मेरे नाल डिस्कस कर लेना। नैक्सट आ गया पॉपूलेशन एंड इन्वायरमेंट। दिस इज़ ऑल्सो वेरी इंपॉर्टेंट, यदा भी 5 नंबर का क्वेश्चन बनता है। पॉपूलेशन एंड इन्वायरमेंट मतलब ये दोनों एक दूसरे पर डिपेंड ने, है ना। दैन किस तरह कहते पॉपूलेशन एक्सप्लोजन मीनस अ स्पीडी ग्रोथ ऑफ पॉपूलेशन। कहते एक्सप्लोजन का मतलब की है भी इकोदम मतलब बहुत इंक्रीमेंट के विच पॉपूलेशन वध रही है ना। की है अपने को इस दे विच भी किस तरह पॉपूलेशन के ग्रो होने नाल इन्वायरमेंट ते फर्क पैंदा है। कहते द नीड ऑफ पॉपूलेशन इज सपोज टू बी अ प्राइसलैस ट्रेजर ऑफ एनी नेशन बट इट रिमेन्स अ treasure only up to the time the nation has adequate employment opportunities, food, houses, health, other services। जिमें जिमें पॉपूलेशन बढ़ती जा रही है उमें उमें उन्होंने डिमांड्स भी बढ़ते जा रहे हैं। उन्होंने रहने लिए घर भी चाहिए, उन्होंने खाने के लिए भोजन भी चाहिए, उन्होंने पहनने लिए कपड़े भी चाहिए है ना। एवें एवें उन्होंने जिहड़ियां डिमांड्स ने वो दिन ब दिन इंक्रीमेंट होंदियां जा रही हैं, इंक्रीज़ होंदियां जा रही हैं। द कॉजेज ऑफ पॉपूलेशन ग्रोथ, क्यों बढ़ रही है पॉपूलेशन? फर्टाइल एंड प्लेन लैंड करके, पॉवर्टी करके, क्लाइमेट करके, लैक ऑफ एंटरटेनमेंट करके, लैक ऑफ सोशल स्ट्रक्चर एंड रिलीजियस बिलीफ्स करके, चाइल्ड मैरिज करके, क्योंकि छोटी उम्र दे विच ही मैरिज करते हैं, दैन उस दे नाल भी पॉपूलेशन ग्रोथ दे विच पार्टिसिपेट करते हैं। सोशल आर्डेंट कंपलसरी मैरिज, ठीक है, इस दे नाल मतलब पॉपूलेशन ग्रोथ दिन ब दिन बढ़ती जा रही है। किहड़े इफैक्ट्स पैंदे ने पॉपूलेशन ग्रोथ दे? सब तो पहला आ गया इफैक्ट ऑन एजुकेशन, एजुकेशन ते इफैक्ट पैंदा है ना। दैन फिर की हुंदा गा जिमें इफैक्ट ऑन एजुकेशन किस तरह है? Education has also been affected by growth of population. To get admission in schools and colleges has become problematic for population is growing beyond their capacity। क्योंकि जो population बढ़ती जा रही है then की आ स्कूल एंड कॉलेजेस दियां जिहड़ियां स्कूल ते कॉलेजेस दी कि डोनेशनस वगैरह रख देंगे जिहदे नाल पेरेंट्स नूं बहुत ज़्यादा दिक्कतां दा सामना करना पैंदा है ना, क्योंकि पॉपूलेशन ग्रो होंदी जा रही है। दैन एजुकेशन दे लई हुण आपां नूं पता भी हर एक पेरेंट्स ने बच्चों नूं तां पढ़ाना ही है ना, बट पॉपूलेशन ग्रोथ दे नाल एजुकेशन ते इफैक्ट भी पै रहा। इंपलॉयमेंट, क्योंकि इन्ने बेरोज़गार तो अज कल की ने गे पढ़े लिखे लोग बेरोज़गार होए फिरदे ने। क्यों? क्योंकि पॉपूलेशन ग्रोथ दे कोल इन्नियां जॉब्स है नहीं जिहड़ियां उन्हां नूं प्रोवाइड हो सकन। इस करके अनएम्पलॉयमेंट करके कई बार तां जिहड़े अपने एजुकेटेड ह्यूमन बीइंग होंदे ने वो भी बुरी संगत दे विच पै जांदे ने। इफैक्ट ऑन हाउसिंग दी एक अनदर प्रॉब्लम है। इफैक्ट ऑन फूड दी भी अनदर प्रॉब्लम है। फूड हुण जो आप ट्रीज वगैरह नूं ही कटदे जा रहे हैं, पॉपूलेशन बढ़ती जा रही है, दैन फूड की भी दिक्कत है, हाउसिंग की दिक्कत है, हैल्थ की, नॉन रिन्यूएबल सोर्सिस जिन्होंने आप लंबे समय तक रख नहीं सकते है ना, भी मतलब क्योंकि बहुत ज़्यादा यूज़ करते जा रहे हैं तो किसी टाइम तक खत्म होणगे। रिन्यूएबल सोर्सिस
है ना। ਰੀਨੇਬਲ ਸੋਰਸਿਸ ਵੀ ਇਸ ਤਰ੍ਹਾਂ ਹੀ ਹੈ। ਉਸ ਤੋਂ ਬਾਅਦ ਇਨਕਰੀਜ਼ ਇਨ ਇਲੈਕਟ੍ਰੀਸਿਟੀ ਕੰਜ਼ੰਪਸ਼ਨ, ਹੌਲੀ ਹੌਲੀ ਇਲੈਕਟ੍ਰੀਸਿਟੀ ਬਿਜਲੀ ਦੀ ਪ੍ਰੋਡਕਸ਼ਨ ਵੀ ਇੰਨੀ ਜ਼ਿਆਦਾ ਹੋਈ ਜਾ ਰਹੀ ਹੈ, ਜਿਹਦੇ ਨਾਲ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ, ਉਹਨਾਂ ਨੂੰ ਇਲੈਕਟ੍ਰੀਸਿਟੀ ਦੀ ਜ਼ਰੂਰਤ ਹੈਗੀ ਹੈ ਬਿਜਲੀ ਦੀ। ਇਨਕਰੀਜ਼ ਇਨ ਅਰਬਨਾਈਜੇਸ਼ਨ, ਫਿਰ ਲੋਕ ਕੀ ਕਰਦੇ ਨੇ ਬਾਹਰ ਵੱਲ ਭੱਜਦੇ ਨੇ, ਉਹ ਆਪਣੀ ਸਿਟੀ ਦਾ ਧਿਆਨ ਨਹੀਂ ਰੱਖਦੇ, ਫੋਰੈਸਟਸ ਵਗੈਰਾ ਕੱਟੇ ਜਾ ਰਹੇ ਨੇ, ਜਿਹਦੇ ਨਾਲ ਜਿਹੜਾ ਆਪਣਾ ਇਨਵਾਇਰਮੈਂਟ ਆ ਵਿਦ ਇਨਕਰੀਮੈਂਟ ਪਾਪੂਲੇਸ਼ਨ ਬਹੁਤ ਇਫੈਕਟ ਹੋ ਰਿਹਾ, ਬੈਡ ਇਫੈਕਟ ਪੈ ਰਿਹਾ ਪਾਪੂਲੇਸ਼ਨ ਦੇ ਇਨਕਰੀਜ਼ ਹੋਣ ਦੇ ਨਾਲ। ਓਕੇ ਬੇਟਾ, ਨੈਕਸਟ ਆ ਗਿਆ, ਨੈਕਸਟ ਆਪਣੇ ਕੋਲ ਆ ਗਿਆ ਇੰਪੈਕਟ ਆਫ ਹਿਊਮਨ ਐਕਟੀਵਿਟੀਜ਼ ਔਨ ਇਨਵਾਇਰਮੈਂਟ। ਕਿਹੜੀਆਂ ਐਕਟੀਵਿਟੀਜ਼ ਦਾ ਇੰਪੈਕਟ ਪੈਂਦਾ ਇਨਵਾਇਰਮੈਂਟ ਦੇ ਉੱਪਰ। ਇਹ ਵੀ ਵੈਸੇ ਜਿਹੜੇ ਮੈਂ ਅੱਜ ਸਾਰੇ ਟੌਪਿਕ ਕਰਵਾ ਰਹੀ ਹਾਂ ਨਾ ਇੰਪੋਰਟੈਂਟ ਹੈ, ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਤਾਂ ਪੱਕਾ ਬਣਦਾ ਹੀ ਬਣਦਾ, ਮਤਲਬ ਸਾਰੇ ਟੌਪਿਕ ਹੀ ਇੰਪੋਰਟੈਂਟ ਨੇ। ਇੰਪੈਕਟ ਆਫ ਹਿਊਮਨ ਐਕਟੀਵਿਟੀਜ਼ ਔਨ ਇਨਵਾਇਰਮੈਂਟ, ਕਿਹੜੇ ਹਿਊਮਨ ਐਕਟੀਵਿਟੀਜ਼ ਨੇ ਜਿਹਦੇ ਨਾਲ ਇਨਵਾਇਰਮੈਂਟ ਦੂਸ਼ਿਤ ਹੋ ਰਿਹਾ, ਆਪਣਾ ਪੋਲਿਊਟਡ ਹੋ ਰਿਹਾ, ਇਫੈਕਟ ਹੋ ਰਿਹਾ। ਇੰਪੈਕਟ ਆਫ ਸੋਲਿਡ ਬੇਸਡ ਔਨ ਇਨਵਾਇਰਮੈਂਟ, ਹੈ ਨਾ। ਸੋਲਿਡ ਬੇਸਡ ਮਤਲਬ ਐਵੇਂ ਵਗੈਰਾ ਸੁੱਟ ਦਿੰਦੇ ਆਪਾਂ ਨਾ ਲਿਫਾਫੇ ਵਗੈਰਾ, ਉਹ ਡਿਕੰਪੋਜ਼ ਤਾਂ ਹੁੰਦੇ ਕੋਈ ਨਹੀਂ, ਉਹ ਕਿਹਦੇ ਵਿੱਚ ਚਲੇ ਜਾਂਦੇ ਨੇ ਸੀਵਰੇਜ ਵਗੈਰਾ ਦੇ ਵਿੱਚ ਚਲੇ ਜਾਂਦੇ ਨੇ, ਜਿਹਦੇ ਨਾਲ ਆਪਣੇ ਜਿਹੜੇ ਡਗ ਪਾਈਪਸ ਹੁੰਦੀਆਂ ਨੇ ਉਹ ਲੀਕੇਜ ਹੋ ਜਾਂਦੇ ਨੇ, ਜਿਹਦੇ ਨਾਲ ਆਪਣੀ ਜਿਹੜੀ ਉੱਪਰ ਵਾਲੀ ਜਿਹੜੀ ਪਰਤ ਆ ਲੇਅਰ ਆ ਅਰਥ ਦੀ ਉਹ ਡੈਮੇਜ ਹੁੰਦੀ ਜਾ ਰਹੀ ਆ, ਹੈ ਨਾ। ਜਿਹੜੀ ਆਪਣੀ ਲੈਂਡ ਆ ਉੱਪਰ ਵਾਲੀ ਫਰਟੀਲਿਟੀ ਵਾਲੀ ਲੈਂਡ ਆ ਉਹ ਖ਼ਤਮ ਹੁੰਦੀ ਜਾ ਰਹੀ ਹੈ, ਕਿਉਂਕਿ ਸੋਲਿਡ ਬੇਸਡ ਹਿਊਮਨ ਬੀਇੰਗ ਨਾਲੇ ਐਜੂਕੇਟਡ ਆ, ਉਹ ਇਸ ਤਰ੍ਹਾਂ ਹੀ ਸੁੱਟਦਾ ਜਾ ਰਿਹਾ। ਇੰਪੈਕਟ ਆਫ ਇੰਡਸਟਰੀਲਾਈਜੇਸ਼ਨ ਔਨ ਇਨਵਾਇਰਮੈਂਟ, ਜਿਉਂ ਜਿਹੜੀ ਫੈਕਟਰੀਜ਼ ਵਗੈਰਾ ਇੰਡਸਟਰੀਜ਼ ਵਗੈਰਾ ਲੱਗ ਰਹੀਆਂ ਨੇ ਦੈਨ ਉਹਦੇ ਨਾਲ ਵੀ ਆਪਣਾ ਇਨਵਾਇਰਮੈਂਟ ਇਫੈਕਟ ਹੋ ਰਿਹਾ। ਇਹ ਤੁਹਾਨੂੰ ਪਤਾ ਹੀ ਹੈ ਸਾਰੇ ਚੀਜ਼ਾਂ। ਇੰਪੈਕਟ ਆਫ ਮੋਡਸ ਆਫ ਟਰਾਂਸਪੋਰਟੇਸ਼ਨ ਔਨ ਇਨਵਾਇਰਮੈਂਟ, ਟਰਾਂਸਪੋਰਟੇਸ਼ਨ ਦਾ ਵੀ ਫਰਕ ਪੈ ਰਿਹਾ, ਜਿਹਦੇ ਨਾਲ ਆਪਣਾ ਇਨਵਾਇਰਮੈਂਟ ਇਫੈਕਟ ਹੋ ਰਿਹਾ, ਜਿਵੇਂ ਐਰੋਪਲੇਨਸ, ਬੱਸਿਸ, ਟ੍ਰੇਨਸ, ਟਰੱਕਸ, ਸਕੂਟਰਸ, ਹੈ ਨਾ। ਇਹਨਾਂ ਨਾਲ ਮਤਲਬ ਪੈਟਰੋਲ ਡੀਜ਼ਲ ਦਾ ਜਿਹੜਾ ਮਤਲਬ ਕੰਜ਼ੰਪਸ਼ਨ ਹੋ ਰਹੀ ਹੈ, ਇਹ ਵੀ ਇੱਕ ਤਰ੍ਹਾਂ ਨਾਲ ਸੋਰਸਿਸ ਖਤਮ ਹੋ ਰਹੇ ਨੇ। ਇਨਵਾਇਰਮੈਂਟ 'ਤੇ ਇਹਨਾਂ ਦਾ ਵੀ ਫਰਕ ਪੈ ਰਿਹਾ, ਇੰਪੈਕਟ ਪੈ ਰਿਹਾ। ਇੰਪੈਕਟ ਆਫ ਰੇਡੀਓ ਐਕਟਿਵ ਐਕਟੀਵਿਟੀਜ਼ ਔਨ ਇਨਵਾਇਰਮੈਂਟ, ਇਹਨਾਂ ਦਾ ਵੀ ਫਰਕ ਪੈ ਰਿਹਾ। ਇਹਨਾਂ ਦਾ ਕਿਵੇਂ ਹੈ, ਜਿਵੇਂ ਪਾਪੂਲੇਸ਼ਨ ਹੈਜ਼ ਇਨਕਰੀਜ਼ ਸੋ ਮਚ that to fulfill growing human needs atomic energies being used, atomic energies ਮਤਲਬ ਜਿਵੇਂ ਰੇਡੀਓਐਕਟਿਵ ਸਬਸਟੈਂਸਸ ਯੂਜ਼ ਕੀਤੇ ਜਾ ਰਹੇ ਨੇ, ਜਿਹਦੇ ਨਾਲ ਜਿਹੜੀਆਂ ਐਨਰਜੀਜ਼ ਨੇ ਸਭ ਤੋਂ ਜ਼ਿਆਦਾ ਐਮਿਟ ਹੋ ਰਹੀਆਂ ਨੇ, ਇਹ ਮਤਲਬ ਪੋਲਿਊਸ਼ਨ ਹੋ ਰਿਹਾ ਆਪਣੇ ਇਨਵਾਇਰਮੈਂਟ ਦੇ ਨਾਲ, ਇਹਦੇ ਨਾਲ ਵੀ ਫਰਕ ਪੈ ਰਿਹਾ। ਇੰਪੈਕਟ ਆਫ ਨੋਇਜ਼ ਸਭ ਤੋਂ ਵੱਡਾ ਨੋਇਜ਼ ਪੋਲਿਊਸ਼ਨ ਹੁੰਦਾ, ਤੁਸੀਂ ਸਮਝਦੇ ਹੋ। ਜਿਵੇਂ ਹੁਣ ਜਿਹੜੇ ਮੋਟਰ ਵਹੀਕਲਸ ਨੇ, ਬੱਸਿਸ ਨੇ ਜਾਂ ਫਿਰ ਟ੍ਰੇਨਸ ਨੇ, ਇਹਨਾਂ ਦਾ ਵੀ ਨੋਇਜ਼ ਪੋਲਿਊਸ਼ਨ ਹੋ ਰਿਹਾ, ਜਾਂ ਫਿਰ ਮੈਰਿਜਸ ਵਗੈਰਾ ਦੇ ਵਿੱਚ ਡੀਜ਼ਲ ਦੀ ਸਾਊਂਡ ਦੇ ਨਾਲ, ਹੈ ਨਾ। ਅੱਜ ਕੱਲ੍ਹ ਬਹੁਤ ਜ਼ਿਆਦਾ ਨੋਇਜ਼ ਪੋਲਿਊਸ਼ਨ ਹੋ ਰਿਹਾ, ਇਹਦਾ ਵੀ ਇਨਵਾਇਰਮੈਂਟ 'ਤੇ ਬਹੁਤ ਵੱਡਾ ਇੰਪੈਕਟ ਪੈ ਰਿਹਾ। ਨੈਕਸਟ ਐਂਡ ਲਾਸਟ ਟੌਪਿਕ ਰਹਿ ਚੁੱਕਿਆ ਆਪਣਾ ਇੰਪੈਕਟ ਆਫ ਹਿਊਮਨ ਐਕਟੀਵਿਟੀਜ਼ ਇਨ ਦਾ ਰੂਰਲ ਏਰੀਆਜ਼ ਆਫ ਦਾ ਇਨਵਾਇਰਮੈਂਟ। ਜਿਹੜੇ ਰੂਰਲ ਏਰੀਆਜ਼ ਦੇ ਵਿੱਚ ਰਹਿ ਰਹੇ ਨੇ ਹਿਊਮਨ ਬੀਇੰਗ, ਉਹਨਾਂ ਦੀ ਐਕਟੀਵਿਟੀਜ਼ ਦਾ ਕੀ ਫਰਕ ਪੈਂਦਾ ਔਨ ਦਾ ਇਨਵਾਇਰਮੈਂਟ। ਜਿਵੇਂ ਕੈਟਲ ਗਰੇਜ਼ਿੰਗ, ਹੈ ਨਾ। ਕੈਟਲ ਗਰੇਜ਼ਿੰਗ ਦਾ ਮਤਲਬ ਕੀ ਹੈ, ਜਿਵੇਂ ਕੀ ਕਹਿੰਦੇ ਹੁੰਦੇ ਨੇਗੇ, ਪਾਸਚਰਸ ਆਰ ਰਿਕੁਆਇਰਡ ਫॉर ਗਰੇਜ਼ਿੰਗ ਕੈਟਲ, ਇਫ ਵੀ ਡੂ ਨਾਟ ਗਰੇਜ਼ ਦੈਮ ਇਨ ਦ ਪਾਸਚਰਸ ਦੇ ਵਿਲ ਰੋਮ ਫਰੀਲੀ ਐਂਡ ਡਿਸਟਰੋਏ ਕ੍ਰੌਪਸ ਇਨ ਦਰ ਫੀਲਡਸ। ਮਤਲਬ ਉਹਨਾਂ ਨੂੰ ਖਾਣ ਦੇ ਲਈ ਚਾਰਾ ਵੀ ਤਾਂ ਚਾਹੀਦਾ ਡੰਗਰਾਂ ਨੂੰ। ਕੈਟਲ ਮੀਨਸ ਡੰਗਰ, ਮੱਝ ਜਿਵੇਂ ਗਾਵਾਂ ਹੋ ਗਈਆਂ, ਹੈ ਨਾ। ਜੇ ਉਹ ਉਹਨਾਂ ਨੂੰ ਨਾ ਦਿੱਤਾ ਜਾਵੇ ਦੈਨ ਉਹ ਕ੍ਰੌਪਸ ਵਗੈਰਾ ਨੂੰ ਡਿਸਟਰੋਏ ਕਰ ਸਕਦੀਆਂ ਨੇ। ਦੇ ਵਿਲ ਡਿਸਟਰੋਏ ਟਰੀਜ਼, plants and other vegetation. This will leads to the depletion of upper fertile crust of layer, ਜਿਵੇਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ। ਇਹਦੇ ਨਾਲ ਕੀ ਆ, ਆਪਣੀ ਜਿਹੜੀ ਫਰਟੀਲਾਈਜ਼ ਵਾਲੀ ਲੇਅਰ ਆ ਜਿਹਦੇ ਨਾਲ ਕ੍ਰੋਪਸ ਪ੍ਰੋਡਿਊਸ ਹੁੰਦੀਆਂ ਨੇ ਉਹ ਖਤਮ ਹੋ ਰਹੀ ਹੈ। ਇੰਪੈਕਟ ਆਫ ਪੈਸਟੀਸਾਈਡਸ ਆਫ, ਹੁਣ ਆਪਾਂ ਕਰੋਪ ਦਾ ਝਾੜ ਲੈਣ ਦੇ ਲਈ, ਯੀਲਡ ਲੈਣ ਦੇ ਲਈ ਕੀ ਕਰਦੇ ਹਾਂ ਆਪਾਂ, ਪੈਸਟੀਸਾਈਡ ਇਨਸੈਕਟੀਸਾਈਡਸ ਨੂੰ ਯੂਜ਼ ਕਰਦੇ ਜਾ ਰਹੇ ਹਾਂ, ਉਹਦਾ ਵੀ ਇਨਵਾਇਰਮੈਂਟ 'ਤੇ ਫਰਕ ਪੈ ਰਿਹਾ, ਕਿਉਂਕਿ ਆਪਣੀ ਜਿਹੜੀ ਉੱਪਰ ਵਾਲੀ ਲੇਅਰ ਜਿਹੜੀ ਫਰਟਾਈਲ ਲੇਅਰ ਆ, ਉਪਜਾਊ ਲੇਅਰ ਉਹ ਤਾਂ ਖਤਮ ਹੁੰਦੀ ਜਾ ਰਹੀ ਹੈ ਨਾ। ਇੰਪੈਕਟ ਆਫ ਡੀਫੋਰੈਸਟੇਸ਼ਨ, ਹੁਣ ਆਪਾਂ ਡਿਊ ਟੂ ਦ ਕਟਿੰਗ ਆਫ ਟਰੀਜ਼ ਨੂੰ ਕੱਟਦੇ ਜਾ ਰਹੇ ਹਾਂ, ਜਦ ਕਿ ਆਪਾਂ ਨੂੰ ਪਤਾ ਹੈ ਵੀ ਟਰੀਜ਼ ਤੋਂ ਬਿਨਾਂ ਆਪਾਂ ਨੂੰ ਆਕਸੀਜਨ ਵੀ ਪ੍ਰੋਵਾਈਡ ਨਹੀਂ ਹੋ ਸਕਦੀ, ਹੈ ਨਾ। ਤਾਂ ਵੀ ਆਪਾਂ ਟਰੀਜ਼ ਨੂੰ ਕੱਟਦੇ ਜਾ ਰਹੇ ਹਾਂ, ਇਹਦਾ ਵੀ ਇਨਵਾਇਰਮੈਂਟ ਦਾ ਫਰਕ ਪੈਣਾ ਹੀ ਆ। ਲੈਂਡ ਪੋਲਿਊਸ਼ਨ ਵੀ ਹੁੰਦੀ ਜਾ ਰਹੀ ਆ, ਕਿਉਂਕਿ ਆਪਾਂ ਪੈਸਟੀਸਾਈਡ ਇਨਸੈਕਟੀਸਾਈਡ ਇੰਨੇ ਜ਼ਿਆਦਾ ਯੂਜ਼ ਕਰਦੇ ਹਾਂ,
ਜਿਹਦੇ ਨਾਲ ਆਪਣੀ ਉੱਪਰ ਵਾਲੀ ਲੇਅਰ ਵੀ ਡਿਸਾਈਡ ਹੋ ਜਾਂਦਾ ਹੈ ਨਾ, ਜਿਹਦੇ ਨਾਲ ਆਪਣੀ ਉੱਪਰ ਵਾਲੀ ਲੇਅਰ ਖਤਮ ਹੀ ਹੁੰਦੀ ਜਾ ਰਹੀ ਹੈ। ਓਕੇ ਬੇਟਾ, ਸਮਝ ਆ ਗਿਆ। ਇਹਦੇ ਨਾਲ ਆਪਣਾ ਫਸਟ ਚੈਪਟਰ ਦਾ ਖਤਮ ਹੋ ਚੁੱਕਿਆ। ਅਗੇਨ ਮੈंने ਕਰਵਾਇਆ ਫਸਟ ਚੈਪਟਰ। आई होप यू विल अंडरस्टैंड दिस चैप्टर वेरी केयरफुली एंड बड़े ध्यान नाल तुसीं ये वाला चैप्टर सुनिया होना। फिर भी अगर तुहानूं कोई प्रॉब्लम होवे इस चैप्टर दे विच दैन तुसीं मेरे नाल डिस्कस कर सकदे हो, आपां सॉर्ट आउट करांगे उहनूं जरूर प्रॉब्लम। ओके बेटा, थैंक यू।